ਮੈਂ ਬੜੀ ਹੀ ਹੈਰਾਨੀ ਦੇ ਨਾਲ ਆਪਣੀ ਮਾਸੀ ਦੀ ਗੱਲ ਸੁਣ ਰਹੀ ਸੀ, ਜਿਹੜੀ ਕਿ ਮੈਨੂੰ ਹੁਣ ਉਹ ਸੱਚ ਦੱਸ ਰਹੀ ਸੀ, ਜਿਸ ਨੇ ਉਸਨੂੰ ਪੂਰੇ ਪਿੰਡ ਵਿੱਚ ਬਦਨਾਮ ਕਰ ਦਿੱਤਾ ਸੀ। ਮੇਰੇ ਬਚਪਨ ਵਿੱਚ ਹੀ ਮੇਰੇ ਮੰਮੀ ਡੈਡੀ ਮੈਨੂੰ ਇਸ ਦੁਨੀਆ ਤੋਂ ਛੱਡ ਕੇ ਚਲੇ ਗਏ ਸੀ। ਮੇਰੀ ਮਾਸੀ ਨੇ ਹੀ ਮੈਨੂੰ ਪਾਲਿਆ ਸੀ। ਮੈਂ ਉਸੀ ਦੇ ਘਰ ਰਹਿੰਦੀ ਸੀ। ਮੇਰੀ ਮਾਸੀ ਤੇ ਮਾਸੜ ਸਾਂਵਲੇ ਰੰਗ ਦੇ ਸਨ ਤੇ ਉਹਨਾਂ ਦੇ ਬੱਚੇ ਵੀ ਉਹਨਾਂ ਵਾਂਗ ਸਾਂਵਲੇ ਰੰਗ ਦੇ ਹੀ ਸਨ। ਪਰ ਉਹਨਾਂ ਦੀ ਸਭ ਤੋਂ ਛੋਟੀ ਬੇਟੀ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ, ਰੂਈ ਦੇ ਫੰਬੇ ਵਾਂਗ ਚਿੱਟੀ, ਸਾਰੇ ਪਰਿਵਾਰ ਤੋਂ ਅਲੱਗ, ਆਪਣੇ ਸਾਰੇ ਭੈਣ ਭਾਈਆਂ ਤੋਂ ਵੱਖਰੀ ਸੀ। ਪਿੰਡ ਵਾਲਿਆਂ ਨੇ ਉਹਨਾਂ ਦਾ ਮਜ਼ਾਕ ਬਣਾਇਆ ਕਿ ਉਹ ਪਿੰਡ ਦੀ ਜਿਸ ਵੱਡੀ ਹਵੇਲੀ ਵਿੱਚ ਕੰਮ ਕਰਦੇ ਹਨ, ਉੱਥੋਂ ਕਿਸੇ ਦੀ ਬੱਚੀ ਨੂੰ ਚੁੱਕ ਲਿਆਏ ਹਨ। ਪਰ ਮੇਰੀ ਮਾਸੀ ਤੇ ਮਾਸੜ ਨੇ ਇਸ ਗੱਲ ਦਾ ਕਦੇ ਕੋਈ ਜਵਾਬ ਨਹੀਂ ਦਿੱਤਾ। ਉਹ ਹਮੇਸ਼ਾ ਐਵੇਂ ਹੀ ਕਹਿੰਦੇ ਰਹੇ ਕਿ ਇਹ ਬੱਚੀ ਸਾਡੀ ਹੈ, ਪਰ ਉਹ ਇਸ ਬੱਚੀ ਨੂੰ ਆਪਣੇ ਦੂਜੇ ਬੱਚਿਆਂ ਨਾਲੋਂ ਜ਼ਿਆਦਾ ਪਿਆਰ ਕਰਦੇ। ਉਹਦੇ ਕੱਪੜੇ ਵੀ ਦੂਜੇ ਬੱਚਿਆਂ ਨਾਲੋਂ ਜ਼ਿਆਦਾ ਵਧੀਆ ਹੁੰਦੇ ਤੇ ਉਸ ਨੂੰ ਇਸ ਤਰ੍ਹਾਂ ਦੇ ਕੰਮ ਵੀ ਨਹੀਂ ਲਗਾਇਆ ਜਾਂਦਾ ਜਿਸ ਤਰ੍ਹਾਂ ਦੇ ਅਸੀਂ ਕਰਦੇ ਸੀ। ਮੈਂ ਹਮੇਸ਼ਾ ਸੋਚਦੀ ਰਹਿੰਦੀ ਕਿ ਅਜਿਹਾ ਕੀ ਹੈ ਇਸ ਬੱਚੀ ਵਿੱਚ, ਜਿਹੜਾ ਕਿ ਮੇਰੀ ਮਾਸੀ ਇਸ ਦਾ ਜ਼ਿਆਦਾ ਖਿਆਲ ਰੱਖਦੀ ਹੈ ਤੇ ਇਸ ਨੂੰ ਜ਼ਿਆਦਾ ਪਿਆਰ ਕਰਦੀ ਹੈ। ਇੱਥੋਂ ਤੱਕ ਕਿ ਜੇ ਉਹ ਬੱਚੀ ਕਦੇ ਮਿੱਟੀ ਵਿੱਚ ਵੀ ਖੇਡਣ ਲੱਗ ਜਾਂਦੀ ਤਾਂ ਮੇਰੀ ਮਾਸੀ ਉਸ ਨੂੰ ਤੁਰੰਤ ਗੋਦੀ ਵਿੱਚ ਉਠਾ ਲੈਂਦੀ ਤੇ ਸਾਰਾ ਦਿਨ ਗੋਦੀ ਚੁੱਕੀ ਰੱਖਦੀ। ਮੇਰੀ ਮਾਸੀ ਉਸ ਬੱਚੀ ਨੂੰ ਹਵੇਲੀ 'ਚ ਵੀ ਲੈ ਜਾਂਦੀ ਸੀ, ਜਿੱਥੇ ਕਿ ਦੂਜੇ ਬੱਚਿਆਂ ਨੂੰ ਜਾਣ ਦੀ ਪਰਮਿਸ਼ਨ ਨਹੀਂ ਸੀ। ਹੌਲੀ ਹੌਲੀ ਉਹ ਬੱਚੀ ਵੀ ਵੱਡੀ ਹੁੰਦੀ ਗਈ ਤੇ ਮੇਰਾ ਵੀ ਵਿਆਹ ਹੋ ਗਿਆ ਤੇ ਮੈਂ ਆਪਣੇ ਸਸੁਰਾਲ ਚਲੀ ਗਈ। ਉਸ ਬੱਚੀ ਦਾ ਨਾਮ ਅਨਿਆ ਸੀ। ਇੱਕ ਦਿਨ ਮੈਂ ਮਾਸੀ ਨੂੰ ਮਿਲਣ ਲਈ ਘਰ ਆਈ ਤਾਂ ਦੇਖਿਆ ਕਿ ਮਾਸੀ ਬਿਨਾਂ ਵਜ੍ਹਾ ਤੋਂ ਹੀ ਰੋਈ ਜਾ ਰਹੀ ਸੀ, ਜਿਵੇਂ ਕੋਈ ਉਸ ਦਾ ਆਪਣਾ ਮਰ ਗਿਆ ਹੋਵੇ। ਮੈਂ ਉਸ ਨੂੰ ਕਈ ਵਾਰ ਪੁੱਛਿਆ, ਪਰ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਉਸਦਾ ਇਸ ਤਰ੍ਹਾਂ ਰੋਣਾ ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਸੀ। ਕੁਝ ਦਿਨ ਲੰਘ ਗਏ ਤਾਂ ਮੈਂ ਇੱਕ ਗੱਲ ਹੋਰ ਨੋਟਿਸ ਕੀਤੀ ਕਿ ਮਾਸੀ ਅਨਿਆ ਤੋਂ ਹੁਣ ਖਫਾ ਖਫਾ ਜੀ ਰਹਿਣ ਲੱਗੀ ਸੀ। ਕੁਝ ਦਿਨਾਂ ਬਾਅਦ ਪਿੰਡ ਵਿੱਚ ਰੌਲਾ ਪੈ ਗਿਆ ਸੀ ਕਿ ਅਨਿਆ ਘਰੋਂ ਭੱਜ ਗਈ ਹੈ। ਸਾਰੇ ਲੋਕ ਗੱਲਾਂ ਕਰਦੇ ਸਨ ਕਿ ਜਿਸ ਬੱਚੀ ਨੂੰ ਇੰਨੇ ਲਾਡਾਂ ਪਿਆਰਾਂ ਨਾਲ ਪਾਲਿਆ, ਸਭ ਤੋਂ ਜ਼ਿਆਦਾ ਪਿਆਰ ਕੀਤਾ, ਉਹੀ ਅੱਜ ਉਸਦਾ ਮੂੰਹ ਕਾਲਾ ਕਰਕੇ ਭੱਜ ਗਈ ਹੈ। ਜਿਵੇਂ ਹੀ ਇਹ ਖਬਰ ਮੇਰੇ ਕੰਨਾਂ ਵਿੱਚ ਪਈ ਤਾਂ ਮੈਂ ਦੌੜੀ ਦੌੜੀ ਆਪਣੀ ਮਾਸੀ ਦੇ ਘਰ ਪਹੁੰਚ ਗਈ ਸੀ। ਜਦ ਮੈਂ ਘਰ ਪਹੁੰਚੀ ਤਾਂ ਦੇਖਿਆ ਕਿ ਮਾਸੀ ਰੋਈ ਜਾ ਰਹੀ ਸੀ। ਮਾਸੜ ਵੀ ਸਿਰ ਨੀਵਾਂ ਕਰੀ ਖੜ੍ਹੇ ਸਨ। ਮੈਂ ਦੇਖਿਆ ਕਿ ਮੇਰੀ ਮਾਸੀ ਤੇ ਮਾਸੜ ਦੋਨਾਂ ਦੇ ਚਿਹਰੇ ਪੀਲੇ ਪੈ ਗਏ ਸਨ। ਉਹ ਅੱਖਾਂ ਅੱਖਾਂ ਵਿੱਚ ਦੋਨੇ ਗੱਲਾਂ ਕਰ ਰਹੇ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਕੁਝ ਛੁਪਾ ਰਹੇ ਹੋਣ। ਉਹਨਾਂ ਦੀ ਇਸ ਹਰਕਤ ਨੇ ਮੈਨੂੰ ਸੋਚਾਂ ਵਿੱਚ ਪਾ ਦਿੱਤਾ। ਸਾਰਾ ਦਿਨ ਲੋਕ ਆਉਂਦੇ ਜਾਂਦੇ ਰਹੇ। ਮੈਂ ਸੋਚ ਲਿਆ ਸੀ ਕਿ ਅੱਜ ਸ਼ਾਮ ਨੂੰ ਮੈਂ ਮਾਸੀ ਤੋਂ ਸੱਚਾਈ ਪੁੱਛ ਕੇ ਹੀ ਰਹਾਂਗੀ। ਜਦ ਸ਼ਾਮ ਹੋ ਗਈ, ਮੈਂ ਪੁੱਛਣ ਵਾਲੀ ਸੀ ਕਿ ਇੰਨੇ ਨੂੰ ਮੇਰੇ ਪਤੀ ਮੈਨੂੰ ਲੈਣ ਆ ਗਏ, ਕਿਉਂਕਿ ਮੇਰੀ ਸੱਸ ਬਹੁਤ ਜ਼ਿਆਦਾ ਬਿਮਾਰ ਸੀ ਤੇ ਉਸ ਨੂੰ ਹਸਪਤਾਲ ਲੈ ਕੇ ਜਾਣਾ ਸੀ। ਮੈਂ ਆਪਣੀ ਮਾਸੀ ਨੂੰ ਇਹ ਕਹਿ ਕੇ ਉੱਥੋਂ ਆ ਗਈ ਕਿ ਇੱਕ ਦੋ ਦਿਨਾਂ ਤੱਕ ਮੈਂ ਵਾਪਸ ਆਵਾਂਗੀ ਤੇ ਫਿਰ ਇਸ ਮਸਲੇ 'ਤੇ ਗੱਲ ਕਰਦੇ ਹਾਂ। ਪਰ ਕਿਸਮਤ ਦੀ ਕਰਨੀ ਅਜਿਹੀ ਹੋਈ ਕਿ ਦੂਜੇ ਦਿਨ ਹੀ ਮੇਰੀ ਸੱਸ ਇਸ ਦੁਨੀਆ ਤੋਂ ਚਲੀ ਗਈ। ਉਹਨਾਂ ਦਾ ਸੰਸਕਾਰ ਤੇ ਹੋਰ ਬਾਕੀ ਵਿਧੀਆਂ ਕਰਦੇ ਕਰਾਉਂਦੇ 10-12 ਦਿਨ ਲੰਘ ਗਏ। ਮੇਰੀ ਸੱਸ ਦੇ ਜਾਣ ਤੋਂ ਬਾਅਦ ਮੇਰੇ 'ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪੈ ਗਈਆਂ। ਮੈਂ ਮਾਸੀ ਦੀਆਂ ਸਾਰੀਆਂ ਗੱਲਾਂ ਭੁੱਲ ਗਈ ਤੇ ਮੈਂ ਕੁਝ ਵੀ ਨਾ ਪੁੱਛ ਸਕੀ। ਮੇਰੀ ਮਾਸੀ ਇਹਨਾਂ ਦਿਨਾਂ ਵਿੱਚ ਬਹੁਤ ਪਰੇਸ਼ਾਨ ਸੀ। ਮੇਰੇ ਮਾਸੜ ਜੀ ਵੀ ਹੁਣ ਬਹੁਤ ਸ਼ਾਂਤ ਰਹਿਣ ਲੱਗੇ ਸਨ। ਅਕਸਰ ਉਹ ਰਾਤ ਨੂੰ ਹੀ ਦੋਨੇ ਬਾਹਰ ਜਾਂਦੇ ਸਨ। ਇੱਕ ਵਾਰ ਫਿਰ ਤੋਂ ਮੇਰੇ ਮਨ ਵਿੱਚ ਸ਼ੱਕ ਪੈਦਾ ਹੋ ਗਿਆ ਸੀ ਕਿ ਜਾਂ ਤਾਂ ਮੇਰੀ ਮਾਸੀ ਕੋਈ ਗਲਤ ਕਰ ਰਹੀ ਹੈ ਜਾਂ ਫਿਰ ਮੇਰੀ ਮਾਸੀ ਨਾਲ ਕੁਝ ਗਲਤ ਹੋ ਰਿਹਾ ਹੈ। ਜਿਵੇਂ ਜਿਵੇਂ ਦਿਨ ਲੰਘ ਰਹੇ ਸਨ, ਮੇਰਾ ਸ਼ੱਕ ਵੀ ਵੱਧਦਾ ਜਾ ਰਿਹਾ ਸੀ। ਫਿਰ ਇੱਕ ਦਿਨ ਅਨਿਆ ਵਾਪਸ ਆ ਗਈ, ਪਰ ਉਹ ਇਕੱਲੀ ਨਹੀਂ ਸੀ, ਉਸ ਨਾਲ ਇੱਕ ਮੁੰਡਾ ਵੀ ਸੀ, ਜਿਸ ਨੂੰ ਦੇਖ ਕੇ ਅਸੀਂ ਸਾਰੇ ਦੰਗ ਰਹਿ ਗਏ, ਕਿਉਂਕਿ ਉਹ ਮੁੰਡਾ ਵੱਡੀ ਹਵੇਲੀ ਦਾ ਛੋਟਾ ਮਾਲਕ ਸੀ, ਜਿਸ 'ਤੇ ਪਿੰਡ ਦੀਆਂ ਅੱਧੀਆਂ ਕੁੜੀਆਂ ਮਰਦੀਆਂ ਸਨ। ਉਹ ਬਹੁਤ ਹੀ ਸੋਹਣਾ ਸੀ, ਗੋਰਾ ਚਿੱਟਾ, ਉੱਚਾ ਲੰਬਾ ਕੱਦ। ਉਹ ਕਈ ਦਿਲਾਂ ਦੀ ਧੜਕਣ ਸੀ। ਪਰ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਸੀ ਕਿ ਛੋਟੇ ਮਾਲਕ ਨੇ ਆਖਿਰ ਭੱਜ ਕੇ ਵਿਆਹ ਕਿਉਂ ਕਰਾਇਆ ਸੀ, ਕਿਉਂਕਿ ਉਹ ਇੰਨੇ ਵੱਡੇ ਪਰਿਵਾਰ ਨਾਲ ਸੰਬੰਧਿਤ ਸੀ। ਜੇ ਉਹ ਇੱਕ ਵਾਰ ਵੀ ਕਿਸੇ ਨੂੰ ਪੁੱਛਦੇ ਤਾਂ ਉਹ ਆਪਣੀ ਕੁੜੀ ਦਾ ਹੱਥ ਤੁਰੰਤ ਦੇ ਦਿੰਦੇ। ਅਨਿਆ ਨੂੰ ਛੋਟੇ ਮਾਲਕ ਨਾਲ ਦੇਖ ਕੇ ਮਾਸੀ ਦੀ ਤਾਂ ਹਾਲਤ ਖਰਾਬ ਹੋ ਗਈ। ਉਹ ਉੱਚੀ ਉੱਚੀ ਰੋਣ ਲੱਗੀ ਕਿ ਅਨਿਆ, ਇਹ ਤੂੰ ਕੀ ਕੀਤਾ? ਤੈਨੂੰ ਪੂਰੀ ਦੁਨੀਆ ਵਿੱਚ ਇਹੀ ਮਿਲਿਆ ਸੀ? ਅਨਿਆ ਨੂੰ ਦੇਖ ਕੇ ਮਾਸੀ ਥੋੜ੍ਹੀ ਜਿਹੀ ਖੁਸ਼ ਹੋਈ ਸੀ। ਉਹ ਛੋਟੇ ਮਾਲਕ ਨੂੰ ਦੇਖ ਕੇ ਆਪਣੀ ਹਾਲਤ ਨੂੰ ਸੰਭਾਲ ਨਾ ਸਕੀ ਤੇ ਰੋਂਦੇ ਰੋਂਦੇ ਬੇਹੋਸ਼ ਹੋ ਕੇ ਡਿੱਗ ਪਈ। ਮਾਸੀ ਨੂੰ ਡਿੱਗਦਾ ਦੇਖ ਕੇ ਅਨਿਆ ਮਾਸੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਮਾਸੜ ਜੀ ਨੇ ਉਸ ਨੂੰ ਉੱਥੇ ਹੀ ਰੋਕ ਦਿੱਤਾ।
ਅਤੇ ਉੱਥੋਂ ਜਾਣ ਲਈ ਕਿਹਾ। ਪਿੰਡ ਦੇ ਲੋਕ ਅੱਖਾਂ ਕੱਢ-ਕੱਢ ਕੇ ਨਜ਼ਾਰਾ ਦੇਖ ਰਹੇ ਸਨ ਤੇ ਗੱਲਾਂ ਕਰ ਰਹੇ ਸੀ ਕਿ ਦੇਖੋ ਅਨੈਣ ਦੀ ਹਿੰਮਤ ਤੇ ਮਾਂ, ਜਿਸ ਹਵੇਲੀ ਵਿੱਚ ਸਾਰੀ ਉਮਰ ਨਮਕ ਖਾਧਾ ਤੇ ਬੇਟੀ ਦੇ ਅੱਜ ਉੱਥੇ ਹੀ ਵਿਆਹ ਕਰਵਾਉਣ ਤੇ ਰੋ ਰਹੀ ਹੈ। ਮਾਸੜ ਜੀ ਦੇ ਕਹਿਣ ਤੇ ਅਨੈਣ ਰੋਂਦੀ ਹੋਈ ਉੱਥੋਂ ਚਲੀ ਗਈ। ਜਦ ਮਾਸੀ ਨੂੰ ਹੋਸ਼ ਆਇਆ ਤਾਂ ਉਸਨੇ ਸਭ ਤੋਂ ਪਹਿਲਾਂ ਅਨੈਣ ਦੇ ਬਾਰੇ ਪੁੱਛਿਆ ਕਿ ਅਨੈਣ ਕਿੱਥੇ ਹੈ। ਮਾਸੜ ਜੀ ਨੇ ਕਿਹਾ ਕਿ ਮੈਂ ਉਸਨੂੰ ਘਰ ਤੋਂ ਕੱਢ ਦਿੱਤਾ ਹੈ। ਇਸ 'ਤੇ ਮਾਸੀ ਜੀ ਹੋਰ ਵੀ ਰੋਣ ਲੱਗੀ ਤੇ ਕਹਿਣ ਲੱਗੀ ਕਿ ਅਨੈਣ ਦੇ ਪਾਪਾ, ਆਪਾਂ ਤੋਂ ਗੁਨਾਹ ਹੋ ਗਿਆ ਹੈ, ਆਪਾਂ ਕੁਝ ਨਾ ਕਰ ਸਕੇ, ਬਹੁਤ ਵੱਡਾ ਗੁਨਾਹ ਹੋ ਗਿਆ ਹੈ। ਇਹ ਕੋਈ ਗੁਨਾਹ ਹੀ ਨਹੀਂ, ਸਗੋਂ ਸਾਥੋਂ ਬਹੁਤ ਵੱਡਾ ਪਾਪ ਹੋ ਗਿਆ ਹੈ। ਇਹੀ ਗੱਲਾਂ ਕਰਦੇ ਕਰਦੇ ਮਾਸੀ ਫਿਰ ਤੋਂ ਬੇਹੋਸ਼ ਹੋ ਗਈ। ਮੇਰਾ ਦਿਮਾਗ ਉੱਥੇ ਹੀ ਅਟਕ ਗਿਆ। ਮੈਂ ਸੋਚਾਂ ਵਿੱਚ ਪੈ ਗਈ ਕਿ ਮਾਸੀ ਤੋਂ ਅਜਿਹਾ ਕਿਹੜਾ ਗੁਨਾਹ ਹੋ ਗਿਆ ਜੋ ਇੰਨਾ ਰੋਈ ਜਾਂਦੀ ਹੈ। ਮੈਂ ਉਸ ਰਾਤ ਆਪਣੇ ਪਤੀ ਨੂੰ ਪੁੱਛ ਕੇ ਮਾਸੀ ਦੇ ਘਰ ਹੀ ਰੁਕ ਗਈ ਸੀ ਤਾਂ ਕਿ ਮਾਸੀ ਤੋਂ ਪੂਰੀ ਸੱਚਾਈ ਜਾਣ ਸਕਾਂ, ਕਿਉਂਕਿ ਮਾਸੀ ਕੁਝ ਨਾ ਕੁਝ ਤਾਂ ਜ਼ਰੂਰ ਲੁਕੋ ਰਹੀ ਸੀ। ਸ਼ਾਮ ਤੱਕ ਪਿੰਡ ਵਾਲੇ ਆ ਕੇ ਮਾਸੀ ਦਾ ਹਾਲ ਚਾਲ ਪੁੱਛਦੇ ਰਹੇ। ਸਾਰੇ ਇਹੀ ਕਹਿੰਦੇ ਸਨ ਕਿ ਮੁੰਡੇ ਦਾ ਘਰ-ਬਾਰ ਐਡਾ ਵੱਡਾ ਹੈ, ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਇਹੋ ਜਿਹਾ ਦਮਾਦ ਮਿਲਿਆ ਹੈ। ਸਾਰੇ ਲੋਕ ਇਹੋ ਜਿਹੇ ਦਮਾਦ ਚਾਹੁੰਦੇ ਹਨ ਤੇ ਤੂੰ ਰੋ ਰਹੀ ਹੈ। ਲੋਕਾਂ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਮਾਸੀ ਹੋਰ ਜ਼ਿਆਦਾ ਰੋਣ ਲੱਗ ਜਾਂਦੀ। ਇਸੀ ਵਜ੍ਹਾ ਕਰਕੇ ਮੈਂ ਉਸ ਤੋਂ ਬਾਅਦ ਕਿਸੇ ਨੂੰ ਮਾਸੀ ਕੋਲ ਜਾਣ ਨਹੀਂ ਦਿੱਤਾ। ਜਿਹੜਾ ਵੀ ਆਉਂਦਾ ਸੀ ਉਸਨੂੰ ਕਹਿ ਦਿੰਦੀ ਕਿ ਮਾਸੀ ਸੌਂ ਰਹੀ ਹੈ। ਰਾਤ ਹੋਈ ਤਾਂ ਖਾਣਾ ਖਾ ਕੇ ਮਾਸੀ ਸਭ ਤੋਂ ਪਹਿਲਾਂ ਪੈ ਗਈ। ਫਿਰ ਰਾਤ ਦਾ ਪਤਾ ਨਹੀਂ ਕਿਹੜਾ ਟਾਈਮ ਹੋਇਆ ਸੀ। ਜਦ ਮੈਂ ਦੇਖਿਆ ਕਿ ਮਾਸੀ ਆਪਣੇ ਮੰਜੇ ਤੋਂ ਉੱਠ ਕੇ ਖੜੀ ਹੋ ਗਈ, ਮੈਂ ਜਾਣ ਬੁੱਝ ਕੇ ਅੱਖਾਂ ਮੀਚ ਕੇ ਰੋ ਪਈ ਸੀ। ਮੈਂ ਇਹ ਦੇਖਣਾ ਚਾਹੁੰਦੀ ਸੀ ਕਿ ਮਾਸੀ ਕੀ ਕਰ ਰਹੀ ਹੈ। ਜਦ ਮਾਸੀ ਨੂੰ ਯਕੀਨ ਹੋ ਗਿਆ ਕਿ ਮੈਂ ਸੁੱਤੀ ਪਈ ਹਾਂ ਤਾਂ ਉਹ ਇੱਕ ਕਮਰੇ ਵਿੱਚ ਪਏ ਇੱਕ ਬਾਕਸ ਦੇ ਕੋਲ ਜਾ ਕੇ ਬੈਠ ਗਈ। ਫਿਰ ਮਾਸੀ ਨੇ ਇੱਕ ਚਾਬੀ ਦੇ ਨਾਲ ਉਹ ਬਾਕਸ ਖੋਲ੍ਹਿਆ। ਮੈਨੂੰ ਜਦੋਂ ਯਾਦ ਆਇਆ ਕਿ ਮਾਸੀ ਨੇ ਸਾਨੂੰ ਕਦੇ ਵੀ ਉਹ ਬਕਸਾ ਖੋਲ੍ਹਣ ਨਹੀਂ ਦਿੱਤਾ ਸੀ, ਮੈਂ ਹੁਣ ਉੱਠ ਕੇ ਬੈਠ ਗਈ ਸੀ। ਪਰ ਹੁਣ ਮਾਸੀ ਦਾ ਧਿਆਨ ਮੇਰੇ ਵੱਲ ਤੋਂ ਹਟ ਕੇ ਉਸ ਬਕਸੇ ਵੱਲ ਸੀ। ਉਹ ਬਕਸੇ ਵਿੱਚੋਂ ਕੁਝ ਚੀਜ਼ਾਂ ਕੱਢ ਕੇ ਬਾਹਰ ਰੱਖ ਰਹੀ ਸੀ। ਮੈਂ ਹਮੇਸ਼ਾ ਸੋਚਦੀ ਸੀ ਕਿ ਮਾਸੀ ਇਸ ਬਕਸੇ ਵਿੱਚ ਆਪਣੇ ਗਹਿਣੇ ਵਗੈਰਾ ਰੱਖਦੀ ਹੋਵੇਗੀ, ਇਸੇ ਲਈ ਉਹ ਸਾਨੂੰ ਕਦੇ ਖੋਲ੍ਹਣ ਨਹੀਂ ਦਿੰਦੀ। ਮੈਂ ਇਹ ਜਾਣਨ ਲਈ ਉਤਸੁਕ ਸੀ ਕਿ ਇਸ ਵਿੱਚ ਕੀ ਹੈ। ਫਿਰ ਮਾਸੀ ਨੇ ਉਸ ਬਕਸੇ ਵਿੱਚੋਂ ਚੀਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਕੁਝ ਕੱਪੜੇ ਸੀ ਜਿਹੜੇ ਇੱਕ ਬਹੁਤ ਛੋਟੇ ਬੱਚੇ ਦੇ ਸਨ। ਉਸ ਤੋਂ ਬਾਅਦ ਇਹ ਕੱਪੜੇ ਵੱਡੇ ਹੁੰਦੇ ਗਏ। ਇਹ ਸਭ ਕੱਪੜੇ ਕੁੜੀਆਂ ਦੇ ਸਨ। ਉਸ ਤੋਂ ਬਾਅਦ ਮਾਸੀ ਨੇ ਖਿਡੌਣੇ ਕੱਢਣੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਫੋਟੋਆਂ ਦੀ ਵਾਰੀ ਆਈ। ਇੱਕ ਇੱਕ ਕਰਕੇ ਕਾਫੀ ਫੋਟੋਆਂ ਮਾਸੀ ਨੇ ਉਸ ਬਕਸੇ ਵਿੱਚੋਂ ਕੱਢੀਆਂ। ਮੈਂ ਜਦ ਦਿਮਾਗ ਲਾ ਕੇ ਸੋਚਿਆ ਤਾਂ ਉਹਨਾਂ ਵਿੱਚੋਂ ਕੁਝ ਕੱਪੜੇ ਅਨੈਣ ਦੇ ਸਨ, ਜਿਹੜੇ ਕਿ ਉਹ ਬਚਪਨ ਤੋਂ ਲੈ ਕੇ ਹੁਣ ਤੱਕ ਪਾਉਂਦੀ ਆ ਰਹੀ ਸੀ, ਤੇ ਕੁਝ ਖਿਡੌਣੇ ਵੀ ਉਸੇ ਦੇ ਹੀ ਸਨ ਤੇ ਬਾਕੀ ਦੇ ਕੱਪੜੇ ਅਤੇ ਖਿਡੌਣੇ ਤਾਂ ਅਨੈਣ ਦੇ ਕੋਲ ਕਦੇ ਦੇਖੇ ਨਹੀਂ ਸਨ। ਫਿਰ ਮਾਸੀ ਨੇ ਫੋਟੋਆਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਤਾਂ ਕੁਝ ਫੋਟੋਆਂ ਅਨੈਣ ਦੀਆਂ ਸਨ, ਪਰ ਉਸ ਤੋਂ ਬਾਅਦ ਇੱਕ ਹੋਰ ਕੁੜੀ ਦੀਆਂ ਫੋਟੋਆਂ ਸਨ। ਮੈਂ ਇੰਨੀ ਦੂਰ ਨਹੀਂ ਬੈਠੀ ਸੀ ਕਿ ਮੈਨੂੰ ਚਿਹਰਾ ਦਿਖੇ ਨਾ, ਪਰ ਫਿਰ ਵੀ ਮੈਨੂੰ ਉਸ ਕੁੜੀ ਦੀ ਪਹਿਚਾਣ ਨਹੀਂ ਆਈ। ਪਰ ਉਸ ਦੀ ਸ਼ਕਲ ਮੇਰੀ ਮਾਸੀ ਤੇ ਮਾਸੜ ਨਾਲ ਮਿਲਦੀ ਸੀ। ਉਸਦਾ ਰੰਗ ਵੀ ਸਾਂਵਲਾ ਹੀ ਸੀ, ਜਿਵੇਂ ਮਾਸੀ ਦੇ ਦੂਜੇ ਬੱਚਿਆਂ ਦਾ ਸੀ। ਫਿਰ ਮਾਸੀ ਨੇ ਇੱਕ ਦੁਪੱਟਾ ਧਰਤੀ 'ਤੇ ਵਿਛਾਇਆ ਤੇ ਇੱਕ ਚੀਜ਼ ਚੱਕ ਕੇ ਉਸ ਦੁਪੱਟੇ 'ਤੇ ਰੱਖਣ ਲੱਗੀ। ਨਾਲ ਨਾਲ ਚੁੰਮਦੀ ਜਾਂਦੀ ਤੇ ਰੋਂਦੀ ਜਾਂਦੀ। ਫਿਰ ਉਸਨੇ ਇੱਕ ਗਠੜੀ ਬਣਾ ਲਈ। ਇਸ ਤੋਂ ਪਹਿਲਾਂ ਕਿ ਉਹ ਉੱਠਦੀ ਮੈਂ ਜਲਦੀ ਨਾਲ ਲੇਟ ਗਈ। ਮੈਂ ਦੇਖਣਾ ਚਾਹੁੰਦੀ ਸੀ ਕਿ ਮਾਸੀ ਉਸ ਗਠੜੀ ਦਾ ਕੀ ਕਰੇਗੀ। ਫਿਰ ਮਾਸੀ ਨੇ ਉਹ ਗਠੜੀ ਉਠਾਈ ਤੇ ਬਾਹਰ ਵਿਹੜੇ ਵਿੱਚ ਚਲੇ ਗਈ। ਮੈਂ ਵੀ ਮਾਸੀ ਦੇ ਪਿੱਛੇ ਪਿੱਛੇ ਚਲੀ ਗਈ। ਮਾਸੀ ਨੇ ਉਹ ਗਠੜੀ ਰੱਖੀ ਤੇ ਉਸ ਨੂੰ ਅੱਗ ਲਗਾਉਣ ਹੀ ਲੱਗੀ ਸੀ ਕਿ ਮੈਂ ਜਾ ਕੇ ਮਾਸੀ ਦਾ ਹੱਥ ਫੜ ਲਿਆ। ਮੈਨੂੰ ਦੇਖ ਕੇ ਮਾਸੀ ਦੇ ਚਿਹਰੇ ਦਾ ਰੰਗ ਉੱਡ ਗਿਆ। ਮੈਂ ਉਹ ਗਠੜੀ ਚੁੱਕੀ ਤੇ ਮਾਸੀ ਨੂੰ ਨਾਲ ਲੈ ਕੇ ਅੰਦਰ ਆ ਗਈ। ਮੈਂ ਮਾਸੀ ਨੂੰ ਅੰਦਰ ਮੰਜੇ 'ਤੇ ਬਿਠਾਇਆ ਤੇ ਪਾਣੀ ਦਾ ਗਿਲਾਸ ਦਿੱਤਾ। ਮਾਸੀ ਸਿਰਨਿਮਾ ਕਰੀ ਬੈਠੀ ਸੀ, ਜਿਵੇਂ ਉਸਦਾ ਕੋਈ ਰਾਜ਼ ਪਤਾ ਚੱਲ ਗਿਆ ਹੋਵੇ। ਫਿਰ ਮੈਂ ਆਪਣੀ ਮਾਸੀ ਤੋਂ ਉਹ ਸਵਾਲ ਕੀਤਾ ਜੋ ਕਈ ਦਿਨਾਂ ਤੋਂ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਸੀ। ਮੈਂ ਆਪਣੀ ਮਾਸੀ ਨੂੰ ਪੁੱਛਿਆ ਕਿ ਇਹ ਸਭ ਕੀ ਹੈ। ਕਦੇ ਤੁਸੀਂ ਰੋਈ ਜਾਂਦੇ ਹੋ ਤੇ ਕਦੇ ਇੱਕਦਮ ਚੁੱਪ ਕਰ ਜਾਂਦੇ ਹੋ। ਇਹ ਚੀਜ਼ਾਂ ਦੇਖ ਦੇਖ ਕੇ ਚੁੰਮਦੇ ਤੇ ਰੋਈ ਜਾਂਦੇ ਹੋ ਤੇ ਫਿਰ ਚੱਕ ਕੇ ਅੱਗ ਲਗਾਉਣ ਲਈ ਲੈ ਕੇ ਜਾਣਾ। ਮੈਨੂੰ ਇਹ ਸਭ ਠੀਕ ਨਹੀਂ ਲੱਗ ਰਿਹਾ ਹੈ। ਮੈਂ ਆਪਣੀ ਮਾਸੀ ਨੂੰ ਇਹ ਵੀ ਪੁੱਛਿਆ ਕਿ ਪਹਿਲਾਂ ਅਨੈਣ ਲਈ ਤੁਹਾਡਾ ਰਵੱਈਆ ਹੋਰ ਸੀ ਤੇ ਹੁਣ ਹੋਰ ਹੋ ਗਿਆ। ਹੁਣ ਉਸ ਲਈ ਇੰਨਾ ਰੋਣਾ ਧੋਣਾ, ਇਹ ਸਭ ਕਿਉਂ? ਇਸ 'ਤੇ ਮੇਰੀ ਮਾਸੀ ਕਹਿਣ ਲੱਗੀ ਕਿ ਜਿਵੇਂ ਤੂੰ ਸੋਚ ਰਹੀ ਹਾਂ ਅਜਿਹਾ ਕੁਝ ਵੀ ਨਹੀਂ ਹੈ। ਇਹ ਤਾਂ ਬਸ ਮੇਰੇ ਦਿਮਾਗ ਦਾ ਪਾਗਲਪਨ ਹੈ। ਪਰ ਮੈਨੂੰ ਮਾਸੀ ਦੀਆਂ ਗੱਲਾਂ 'ਤੇ ਯਕੀਨ ਨਹੀਂ ਆ ਰਿਹਾ ਸੀ।
ਪਰ ਮੈਂ ਮਾਸੀ ਨੂੰ ਇੱਕ ਵਾਰ ਫਿਰ ਤੋਂ ਕਿਹਾ, ਪਰ ਮਾਸੀ ਨੇ ਮੈਨੂੰ ਫਿਰ ਟਾਲ ਦਿੱਤਾ। ਫਿਰ ਮਾਸੀ ਨੂੰ ਕਹਿਣ ਲੱਗੀ ਕਿ ਮਾਸੀ ਤੂੰ ਉਸ ਕੁੜੀ ਦੇ ਗੋਰੇ ਰੰਗ ਕਰਕੇ ਸ਼ਾਇਦ ਉਸ ਨੂੰ ਕੁਝ ਨਹੀਂ ਕਹਿੰਦੀ ਸੀ, ਪਰ ਬਾਕੀ ਕਾਲੇ ਬੱਚਿਆਂ ਨੂੰ ਥੋੜ੍ਹੀ ਜਿਹੀ ਗਲਤੀ 'ਤੇ ਕਿੰਨਾ ਡਾਂਟਦੀ ਸੀ। ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਬਾਕੀ ਬੱਚਿਆਂ ਨੂੰ ਪਿਆਰ ਨਹੀਂ ਕਰਦੇ ਸੀ, ਜਾਂ ਫਿਰ ਤੁਸੀਂ ਆਪਣੀ ਹੀ ਬੇਟੀ ਦੇ ਗੋਰੇ ਰੰਗ 'ਤੇ ਵਿਦਾ ਹੋ ਗਏ ਸੀ। ਸ਼ਾਇਦ ਇਸੇ ਲਈ ਉਹ ਇਹ ਸਭ ਕਰ ਰਹੀ ਸੀ। ਇਸ ਇਲਜ਼ਾਮ ਨਾਲ ਮਾਸੀ ਦੀਆਂ ਅੱਖਾਂ ਨਮ ਹੋ ਗਈਆਂ ਸਨ ਤੇ ਉਸਨੇ ਮੈਨੂੰ ਸੱਚਾਈ ਦੱਸਣੀ ਸ਼ੁਰੂ ਕਰ ਦਿੱਤੀ। ਤੇ ਫਿਰ ਉਸਨੇ ਮੈਨੂੰ ਉਹ ਰਾਜ਼ ਦੱਸਿਆ ਜੋ ਹੁਣ ਤੱਕ ਉਸਨੇ ਸਾਰੀ ਦੁਨੀਆ ਤੋਂ ਲੁਕੋ ਕੇ ਰੱਖਿਆ ਸੀ। ਮਾਸੀ ਨੇ ਬੋਲਣਾ ਸ਼ੁਰੂ ਕਰ ਦਿੱਤਾ। ਉਹ ਕਹਿਣ ਲੱਗੀ ਕਿ 20 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਮੈਂ ਪ੍ਰੈਗਨੈਂਟ ਸੀ ਤੇ ਅਸੀਂ ਵੱਡੀ ਹਵੇਲੀ ਵਾਲਿਆਂ ਦੇ ਘਰ ਕੰਮ ਕਰਦੇ ਸੀ। ਮਾਲਕਣ ਦੇ ਵੀ ਉਦੋਂ ਬੱਚਾ ਪੈਦਾ ਹੋਣ ਵਾਲਾ ਸੀ। ਉਸਦੇ ਕੋਲ ਇੱਕ ਵੱਡਾ ਬੇਟਾ ਸੀ ਜੋ ਕਿ 5 ਸਾਲ ਦਾ ਸੀ। ਉਸ ਦਾ ਨਾਮ ਅਰਨਬ ਸੀ। ਮੈਨੂੰ ਯਾਦ ਹੈ ਕਿ ਅਰਨਬ ਨੇ ਇੱਕ ਵਾਰ ਮਾਲਕਣ ਨੂੰ ਕਿਹਾ ਸੀ ਕਿ ਮੈਨੂੰ ਇੱਕ ਭੈਣ ਚਾਹੀਦੀ ਹੈ। ਉਸਦੇ ਕਹਿਣ ਦਾ ਅੰਦਾਜ਼ ਇੰਨਾ ਪਿਆਰਾ ਸੀ ਕਿ ਮੈਨੂੰ ਵੀ ਉਸ ਬੱਚੇ 'ਤੇ ਪਿਆਰ ਆ ਗਿਆ। ਪਰ ਮਾਲਕਣ ਉਸਦੀ ਗੱਲ ਸੁਣ ਕੇ ਰੋਣ ਲੱਗੀ। ਮੈਂ ਹੈਰਾਨ ਹੋਈ ਤੇ ਸੋਚਣ ਲੱਗੀ ਕਿ ਇੰਨੇ ਵੱਡੇ ਲੋਕ ਵੀ ਬੇਟੀ ਦੇ ਹੋਣ ਤੋਂ ਡਰਦੇ ਹਨ, ਜਾਂ ਫਿਰ ਬੇਟੀ ਦੇ ਨਸੀਬ ਤੋਂ ਡਰਦੇ ਹਨ। ਕੁਝ ਦਿਨ ਐਵੇਂ ਹੀ ਲੰਘ ਗਏ ਤੇ ਫਿਰ ਇੱਕ ਰਾਤ ਮੈਨੂੰ ਦਰਦ ਹੋਇਆ ਤੇ ਮੇਰੇ ਇੱਕ ਬੱਚੀ ਨੇ ਜਨਮ ਲਿਆ। ਉਸੀ ਰਾਤ ਮਾਲਕਣ ਦੇ ਵੀ ਇੱਕ ਬੱਚੀ ਨੇ ਜਨਮ ਲਿਆ। ਚਾਰੇ ਪਾਸੇ ਵਧਾਈਆਂ ਦਾ ਸ਼ੋਰ ਸੀ, ਪਰ ਮਾਲਕ ਤੇ ਮਾਲਕਣ ਦੇ ਚਿਹਰੇ 'ਤੇ ਉਦਾਸੀ ਛਾਈ ਹੋਈ। ਉਹਨਾਂ ਦੇ ਚਿਹਰੇ 'ਤੇ ਚਿੰਤਾ ਦਾ ਭਾਵ ਦਿਖਾਈ ਦੇ ਰਿਹਾ ਸੀ। ਮੈਂ ਸਮਝ ਨਹੀਂ ਸਕਦੀ ਸੀ ਕਿ ਇਹ ਸਭ ਕਿਉਂ। ਅਸੀਂ ਗਰੀਬ ਲੋਕ ਵੀ ਬੇਟੀ ਦੇ ਜਨਮ 'ਤੇ ਖੁਸ਼ ਹੁੰਦੇ ਹਾਂ, ਜਦਕਿ ਇਹ ਲੋਕ ਇੰਨੇ ਅਮੀਰ ਹਨ ਤੇ ਉਹ ਵੀ ਪਹਿਲੀ ਬੱਚੀ ਹੋਈ ਹੈ ਤੇ ਵੀ ਇੰਨੇ ਪਰੇਸ਼ਾਨ ਕਿਉਂ। 2 ਦਿਨ ਐਵੇਂ ਹੀ ਲੰਘ ਗਏ। ਫਿਰ ਮਾਲਕਣ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਤਾਂ ਮੈਂ ਹੈਰਾਨ ਹੋ ਗਈ। ਫਿਰ ਮੈਂ ਆਪਣੀ ਬੇਟੀ ਦੇ ਨਾਲ ਉਹਨਾਂ ਦੇ ਕਮਰੇ ਵਿੱਚ ਚਲੀ ਗਈ। ਮੈਨੂੰ ਇੱਥੇ ਕੰਮ ਕਰਦੇ ਨੂੰ ਇੰਨੇ ਸਾਲ ਹੋ ਗਏ ਸਨ, ਪਰ ਮੈਂ ਅੱਜ ਤੱਕ ਮਾਲਕਣ ਦੇ ਕਮਰੇ ਵਿੱਚ ਨਹੀਂ ਗਈ ਸੀ। ਜਦ ਮੈਂ ਉਹਨਾਂ ਦੇ ਕਮਰੇ ਵਿੱਚ ਪਹੁੰਚੀ ਤਾਂ ਮੈਂ ਉੱਥੋਂ ਦੀ ਚਕਾਚੌਂਧ ਦੇਖ ਕੇ ਹੈਰਾਨ ਹੋ ਗਈ। ਅਜਿਹੀ ਸ਼ਾਨੋ ਸ਼ੌਕਤ ਤਾਂ ਰਾਜਿਆਂ ਮਹਾਰਾਜਿਆਂ ਦੇ ਘਰਾਂ ਵਿੱਚ ਹੁੰਦੀ ਹੈ। ਜਦ ਮੇਰੀ ਨਜ਼ਰ ਬੈੱਡ 'ਤੇ ਗਈ ਤਾਂ ਉੱਥੇ ਬਹੁਤ ਹੀ ਮਹਿੰਗਾ ਸਮਾਨ ਰਤਨ ਰੱਖੇ ਹੋਏ ਸਨ। ਜਦ ਮੈਂ ਉਹ ਦੇਖਿਆ ਤਾਂ ਮੈਂ ਹੈਰਾਨ ਹੋ ਗਈ ਤੇ ਇੱਕਦਮ ਬੈੱਡ ਤੋਂ ਦੂਰ ਹੋ ਗਈ, ਕਿਤੇ ਮੇਰੇ ਤੋਂ ਹੀ ਕੋਈ ਚੀਜ਼ ਚੋਰੀ ਹੋਣ ਦਾ ਇਲਜ਼ਾਮ ਨਾ ਲੱਗ ਜਾਵੇ। ਐਨੇ ਨੂੰ ਮਾਲਕਣ ਮੇਰੇ ਵੱਲ ਵਧੀ ਤੇ ਬੈਠਣ ਲਈ ਕਹਿਣ ਲੱਗੀ। ਮੈਂ ਜ਼ਮੀਨ 'ਤੇ ਬੈਠ ਗਈ, ਪਰ ਉਸਨੇ ਮੈਨੂੰ ਮੋਢਿਆਂ ਤੋਂ ਫੜ ਕੇ ਬੈੱਡ 'ਤੇ ਬਿਠਾ ਦਿੱਤਾ ਤੇ ਕਹਿਣ ਲੱਗੀ, ਰੇਖਾ, ਤੂੰ ਆਪਣੀ ਬੇਟੀ ਮੇਰੀ ਗੋਦ ਵਿੱਚ ਪਾ ਦੇ ਤੇ ਮੇਰੀ ਬੇਟੀ ਨੂੰ ਤੂੰ ਆਪਣੀ ਬੇਟੀ ਬਣਾ ਲੈ। ਤੈਨੂੰ ਰੱਬ ਦਾ ਵਾਸਤਾ, ਤੈਨੂੰ ਆਪਣੀ ਬੇਟੀ ਵੱਲੋਂ ਕੋਈ ਵੀ ਮੁਸ਼ਕਲ ਨਹੀਂ ਆਵੇਗੀ। ਇਹ ਗੱਲ ਸੁਣ ਕੇ ਮੇਰੀ ਹੋਸ਼ ਉੱਡ ਗਈ ਤੇ ਮੇਰੀ ਨਜ਼ਰ ਮੇਰੀ ਗੋਦ ਵਿੱਚ ਮੌਜੂਦ ਬੱਚੀ 'ਤੇ ਪਈ, ਜਿਹੜੀ ਕਿ ਅੰਗੂਠਾ ਚੂਸ ਰਹੀ ਸੀ। ਮੈਂ ਘਬਰਾਉਂਦੇ ਹੋਏ ਕਿਹਾ ਕਿ ਮਾਲਕਣ, ਤੁਹਾਡੀ ਆਪਣੀ ਖੁਦ ਦੀ ਬੱਚੀ ਹੈ ਤਾਂ ਤੁਹਾਨੂੰ ਮੇਰੀ ਕਾਲੀ ਕਲੋਟੀ ਬੱਚੀ ਦੀ ਕੀ ਜ਼ਰੂਰਤ ਪੈ ਗਈ। ਮੇਰੀ ਗੱਲ ਸੁਣ ਕੇ ਮਾਲਕਣ ਰੋਣ ਲੱਗੀ, ਜਿਵੇਂ ਮੈਂ ਉਸਦੀ ਕੋਈ ਦੁੱਖ ਦੀ ਰਗ 'ਤੇ ਹੱਥ ਰੱਖ ਦਿੱਤਾ ਹੋਵੇ। ਉਹ ਕਹਿਣ ਲੱਗੀ ਕਿ ਰੇਖਾ, ਮਜਬੂਰੀਆਂ ਕਿਸੇ ਇਨਸਾਨ ਨੂੰ ਦੇਖ ਕੇ ਨਹੀਂ ਆਉਂਦੀਆਂ। ਮੈਨੂੰ ਮਾਲਕਣ ਦੀਆਂ ਅੱਖਾਂ ਵਿੱਚ ਡਰ ਨਜ਼ਰ ਆ ਰਿਹਾ ਸੀ। ਮੇਰੀ ਬੇਟੀ ਮੇਰੇ ਕੋਲੋਂ ਲੈ ਤੇ ਆਪਣੀ ਬੇਟੀ ਮੈਨੂੰ ਦੇ ਦੇ। ਮਾਲਕਣ ਮੈਨੂੰ ਗਿੜਗਿੜਾਉਂਦੇ ਹੋਏ ਕਹਿਣ ਲੱਗੀ। ਮੈਂ ਕੁਝ ਕਹਿੰਦੀ ਇਸ ਤੋਂ ਪਹਿਲਾਂ ਉਹ ਮੇਰੇ ਪੈਰਾਂ 'ਤੇ ਡਿੱਗੀ ਸੀ ਤੇ ਮੇਰੇ ਪੈਰ ਫੜ ਲਏ। ਇੰਨੇ ਵੱਡੇ ਮਹਿਲ ਦੀ ਮਾਲਕਣ ਮੇਰੇ ਪੈਰਾਂ 'ਤੇ ਡਿੱਗੀ। ਮੈਂ ਹੈਰਾਨ ਰਹਿ ਗਈ। ਮੈਂ ਤੁਰੰਤ ਉਹਨਾਂ ਨੂੰ ਉਠਾ ਕੇ ਉੱਪਰ ਬਿਸਤਰ 'ਤੇ ਬਿਠਾ ਦਿੱਤਾ। ਮੈਂ ਉਹਨਾਂ ਨੂੰ ਕਿਵੇਂ ਦਿਲਾਸਾ ਦੇਵਾਂ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮਾਲਕਣ ਕਹਿਣ ਲੱਗੀ ਕਿ ਰੇਖਾ, ਮੈਂ ਤੇਰੀ ਬੇਟੀ ਦਾ ਵਿਆਹ ਅਜਿਹੇ ਸ਼ਾਹੀ ਖਾਨਦਾਨ ਵਿੱਚ ਕਰਾਂਗੀ ਕਿ ਤੇਰਾ ਸਾਰਾ ਪਰਿਵਾਰ ਸੁਖੀ ਹੋ ਜਾਵੇਗਾ। ਇਹ ਸਾਰੇ ਗਹਿਣੇ ਵੀ ਤੂੰ ਰੱਖ ਲੈ, ਪਰ ਆਪਣੀ ਬੇਟੀ ਦੇ ਨਾਲ ਮੇਰੀ ਬੇਟੀ ਨੂੰ ਬਦਲ ਲੈ। ਮੇਰੀ ਮਾਲਕਣ ਦਾ ਦਿਲ ਇਸੀ ਗੱਲ 'ਤੇ ਫਿਰ ਤੋਂ ਟੁੱਟ ਗਿਆ ਸੀ। ਮੈਂ ਮਾਲਕਣ ਨੂੰ ਕਹਿਣ ਲੱਗੀ ਕਿ ਮੈਂ ਕਿਵੇਂ ਬਿਨਾਂ ਵਜ੍ਹਾ ਤੋਂ ਆਪਣੀ ਬੇਟੀ ਕਿਸੇ ਨੂੰ ਦੇ ਸਕਦੀ ਹਾਂ, ਤੇ ਫਿਰ ਮੇਰੇ ਪਤੀ ਕਿਵੇਂ ਮੰਨਣਗੇ। ਮੇਰੀ ਗੱਲ ਸੁਣ ਕੇ ਉਹ ਮੈਨੂੰ ਆਪਣੀ ਮਜਬੂਰੀ ਦੱਸਣ ਲੱਗੀ। ਉਹਨਾਂ ਦੀ ਆਵਾਜ਼ ਵਿੱਚ ਦਰਦ ਸੀ। ਉਹ ਮੈਨੂੰ ਦੱਸਣ ਲੱਗੀ ਕਿ ਮੇਰੀ ਇਹ ਨੰ੍ਹੀ ਜਿਹੀ ਜਾਨ ਕਿਸੇ ਗੁਨਾਹ ਦਾ ਸ਼ਿਕਾਰ ਹੋਣ ਵਾਲੀ ਹੈ। ਇੱਕ ਰਾਤ ਮੈਂ ਤੇ ਮਾਲਕ ਕਿਸੇ ਵਿਆਹ ਤੋਂ ਘਰ ਵਾਪਸ ਆ ਰਹੇ ਸੀ। ਮੌਸਮ ਬਹੁਤ ਖਰਾਬ ਸੀ, ਮੀਂਹ ਪੈ ਰਿਹਾ ਸੀ। ਗੱਡੀ ਦੀ ਹੈੱਡਲਾਈਟ ਜਗਾਉਣ ਤੋਂ ਬਾਅਦ ਵੀ ਅੱਗੇ ਕੁਝ ਵੀ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ। ਹਨੇਰੇ ਵਿੱਚ ਪਤਾ ਨਹੀਂ ਇੱਕ ਬੱਚੀ ਕਿਵੇਂ ਸਾਡੀ ਗੱਡੀ ਦੇ ਸਾਹਮਣੇ ਆ ਗਈ। ਉਹ ਉਸ ਪਿੰਡ ਦੇ ਠਾਕੁਰ ਦੀ ਕੁੜੀ ਸੀ। ਪਤਾ ਨਹੀਂ ਉਹ ਇੰਨੀ ਰਾਤ ਹੋਏ ਉੱਥੇ ਕੀ ਕਰਨ ਆਈ ਸੀ। ਉਹ ਬਹੁਤ ਜ਼ਿਆਦਾ ਖੂਬਸੂਰਤ ਸੀ, ਪਰੀਆਂ ਵਰਗੀ ਲੱਗਦੀ ਸੀ।
ਠਾਕੁਰ ਨੇ ਸਾਨੂੰ ਪੰਚਾਇਤ ਦੇ ਸਾਹਮਣੇ ਪੇਸ਼ ਕੀਤਾ ਸੀ। ਉਹ ਲੋਕ ਆਪਣੀ ਬੇਟੀ ਦੀ ਹੱਤਿਆ ਨੂੰ ਮਾਫ਼ ਕਰਨ ਲਈ ਤਿਆਰ ਨਹੀਂ ਸਨ, ਪਰ ਕਿਉਂਕਿ ਅਸੀਂ ਅਜਿਹਾ ਜਾਣ-ਬੁੱਝ ਕੇ ਨਹੀਂ ਕੀਤਾ ਸੀ, ਇਸ ਲਈ ਸਾਨੂੰ ਮੌਤ ਦੀ ਸਜ਼ਾ ਨਾ ਸੁਣਾ ਕੇ ਪੰਚਾਇਤ ਨੇ ਇੱਕ ਅਨੋਖੀ ਸਜ਼ਾ ਸੁਣਾ ਦਿੱਤੀ। ਉਹ ਇਹ ਸੀ ਕਿ ਜੇ ਸਾਡੇ ਘਰ ਬੇਟੀਆਂ ਹੁੰਦੀਆਂ ਹਨ ਤਾਂ ਉਹ ਜਦੋਂ 18 ਸਾਲ ਤੋਂ ਉੱਪਰ ਹੋ ਜਾਣਗੀਆਂ ਤਾਂ ਉਹਨਾਂ ਵਿੱਚੋਂ ਜਿਹੜੀ ਵੀ ਸਭ ਤੋਂ ਜ਼ਿਆਦਾ ਖੂਬਸੂਰਤ ਹੋਵੇਗੀ ਉਸ ਨੂੰ ਸਜ਼ਾ ਦੇ ਰੂਪ ਵਿੱਚ ਠਾਕੁਰ ਪਰਿਵਾਰ ਨੂੰ ਦੇ ਦਿੱਤਾ ਜਾਵੇਗਾ। ਉਹ ਲੋਕ ਉਸ ਕੁੜੀ ਦਾ ਵਿਆਹ ਆਪਣੇ ਕਿਸੇ ਵੀ ਮੁੰਡੇ ਨਾਲ ਕਰਵਾ ਕੇ ਲੈ ਜਾਣਗੇ। ਅੱਗੇ ਚੱਲ ਕੇ ਉਹੀ ਕੁੜੀ ਨਾਲ ਜੋ ਮਰਜ਼ੀ ਵੀ ਕਰਨਗੇ, ਉਹ ਉਹਨਾਂ ਦੀ ਮਰਜ਼ੀ ਹੋਵੇਗੀ, ਪਰ ਕੁੜੀ ਓਨੀ ਹੀ ਖੂਬਸੂਰਤ ਹੋਣੀ ਚਾਹੀਦੀ ਹੈ। ਬਦਸੂਰਤ ਕੁੜੀ ਜਾਂ ਪੈਸੇ ਉਹ ਨਹੀਂ ਲੈਣਗੇ। ਅਤੇ ਸਾਡੀ ਤਾਂ ਇੱਕ ਹੀ ਕੁੜੀ ਹੈ, ਉਹ ਤੂੰ ਦੇਖ ਹੀ ਰਹੀ ਹਾਂ ਕਿ ਹੁਣੇ ਤੋਂ ਕਿੰਨੀ ਖੂਬਸੂਰਤ ਹੈ। ਇਹ ਕਹਿ ਕੇ ਬੱਚੀ ਨੂੰ ਉਸਨੇ ਮੇਰੇ ਸਾਹਮਣੇ ਕੀਤਾ ਸੀ। ਉਹ ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ ਚੰਦ ਦਾ ਟੁਕੜਾ ਹੋਵੇ। ਇਸ ਦਾ ਮਤਲਬ ਇਹ ਸੀ ਕਿ ਇਸੇ ਬੱਚੀ ਨੇ ਹੀ ਠਾਕੁਰ ਦੇ ਘਰ ਜਾਣਾ ਹੈ। ਫਿਰ ਮੈਂ ਆਪਣੀ ਬੱਚੀ ਵੱਲ ਦੇਖਿਆ। ਮੈਂ ਤੁਰੰਤ ਸਮਝ ਗਈ ਸੀ ਕਿ ਮਾਲਕਣ ਮੇਰੀ ਹੀ ਬੱਚੀ ਕਿਉਂ ਮੰਗ ਰਹੀ ਹੈ, ਕਿਉਂਕਿ ਮੇਰੀ ਬੱਚੀ ਦਾ ਰੰਗ ਵੀ ਮੇਰੇ ਦੂਜੇ ਬੱਚਿਆਂ ਦੀ ਤਰ੍ਹਾਂ ਕਾਲਾ ਹੀ ਸੀ। ਹੁਣ ਮੇਰੇ ਸਾਹਮਣੇ ਸਾਰੀਆਂ ਸੁੱਖ ਸੁਵਿਧਾਵਾਂ ਵੀ ਸਨ ਜਿਹੜੀਆਂ ਕਿ ਮੈਨੂੰ ਮਾਲਕਣ ਨੇ ਦੇਣ ਦਾ ਵਾਅਦਾ ਕੀਤਾ ਸੀ। ਮੇਰੇ ਬੇਟੇ ਦਾ ਭਵਿੱਖ ਅਤੇ ਮੇਰੀ ਬੇਟੀ ਦੀ ਜ਼ਿੰਦਗੀ ਸਭ ਕੁਝ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗ ਗਈ ਸੀ। ਇਸ ਲਈ ਮੈਂ ਬੱਚੀਆਂ ਬਦਲਾਉਣ ਨੂੰ ਤਿਆਰ ਹੋ ਗਈ, ਜਿਸ 'ਤੇ ਮਾਲਕਣ ਦਾ ਚਿਹਰਾ ਇਸ ਤਰ੍ਹਾਂ ਖਿੜ ਗਿਆ ਸੀ ਜਿਵੇਂ ਉਸਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਮਿਲ ਗਈਆਂ ਹੋਣ। ਫਿਰ ਮਾਲਕਣ ਨੇ ਮੇਰੀ ਝੋਲੀ ਵਿੱਚ ਬਹੁਤ ਸਾਰੇ ਗਹਿਣੇ ਪਾ ਦਿੱਤੇ ਅਤੇ ਆਪਣੀ ਬੱਚੀ ਨੂੰ ਵੀ ਮੇਰੀ ਝੋਲੀ ਵਿੱਚ ਪਾ ਦਿੱਤਾ। ਮਾਲਕਣ ਨੇ ਮੈਨੂੰ ਕਿਹਾ ਕਿ ਤੂੰ ਇਸ ਬੱਚੀ ਨੂੰ ਹਵੇਲੀ ਵਿੱਚ ਲੈ ਆਇਆ ਕਰੀਂ ਮਿਲਣ ਲਈ। ਇਸ ਤਰ੍ਹਾਂ ਅਸੀਂ ਆਪਣੀਆਂ ਬੱਚੀਆਂ ਨੂੰ ਵੀ ਦੇਖ ਲਿਆ ਕਰਾਂਗੇ, ਪਰ ਇਹਨਾਂ ਨੂੰ ਕਦੇ ਇਹ ਨਹੀਂ ਦੱਸਾਂਗੇ ਕਿ ਇਹ ਕੌਣ ਹਨ। ਜਦ ਦੋਨੇ ਬੱਚੀਆਂ ਵੱਡੀਆਂ ਹੋ ਜਾਣਗੀਆਂ ਅਤੇ ਇਹਨਾਂ ਦੇ ਵਿਆਹ ਹੋ ਜਾਣਗੇ, ਫਿਰ ਇਹਨਾਂ ਨੂੰ ਸਾਰੀ ਸੱਚਾਈ ਦੱਸ ਦੇਵਾਂਗੇ। ਭਲਾ ਮਾਲਕਣ ਦੀ ਇਸ ਗੱਲ 'ਤੇ ਮੈਨੂੰ ਕੀ ਪਰੇਸ਼ਾਨੀ ਹੋ ਸਕਦੀ ਸੀ। ਮੈਂ ਤੁਰੰਤ ਹਾਂ ਕਹਿ ਦਿੱਤੀ ਅਤੇ ਜਿਵੇਂ ਕਿਵੇਂ ਕਰਕੇ ਆਪਣੇ ਪਤੀ ਨੂੰ ਵੀ ਇਸ ਲਈ ਮਨਾ ਲਿਆ। ਇਸ ਤਰ੍ਹਾਂ ਸਾਡੇ ਗਰੀਬ ਘਰ ਵਿੱਚ ਇੱਕ ਰਾਜਕੁਮਾਰੀ ਪਲ ਰਹੀ ਸੀ ਅਤੇ ਸਾਡੀ ਬੇਟੀ ਉੱਥੇ ਮਹਿਲਾਂ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਸੀ। ਮੈਂ ਅਕਸਰ ਉੱਥੇ ਜਾ ਕੇ ਉਸਨੂੰ ਦੇਖਦੀ ਅਤੇ ਉਸਦੇ ਛੋਟੇ-ਛੋਟੇ ਕੱਪੜੇ ਅਤੇ ਫੋਟੋਆਂ ਚੋਰੀ ਛੁਪੇ ਉੱਥੋਂ ਚੱਕ ਲਿਆਉਂਦੀ। ਉਹਨਾਂ ਨੂੰ ਦੇਖ ਕੇ ਮੈਨੂੰ ਲੱਗਦਾ ਸੀ ਕਿ ਇਹੀ ਮੇਰੀ ਬੱਚੀ ਹੈ। ਜਿਸ ਤਰ੍ਹਾਂ ਤੈਅ ਹੋਇਆ ਸੀ, ਮੈਂ ਅਨਿਆ ਨੂੰ ਵੀ ਮਹਿਲ ਵਿੱਚ ਮਾਲਕਣ ਨਾਲ ਮਿਲਾਉਣ ਲਈ ਲੈ ਕੇ ਜਾਂਦੀ ਸੀ। ਉਹ ਉੱਥੇ ਜਾ ਕੇ ਅਰਨਬ ਨਾਲ ਖੇਡਦੀ ਰਹਿੰਦੀ ਅਤੇ ਮੈਂ ਵੀ ਉਸਨੂੰ ਖੇਡਣ ਦਿੰਦੀ। ਸਮਾਂ ਐਵੇਂ ਹੀ ਗੁਜ਼ਰਦਾ ਜਾ ਰਿਹਾ ਸੀ ਅਤੇ ਸਾਡੀਆਂ ਬੱਚੀਆਂ ਵੀ ਵੱਡੀਆਂ ਹੁੰਦੀਆਂ ਜਾ ਰਹੀਆਂ ਸੀ। ਜਦੋਂ ਅਨਿਆ ਅਤੇ ਰੇਨੂਕਾ 18 ਸਾਲ ਦੀਆਂ ਹੋ ਗਈਆਂ ਤਾਂ ਠਾਕੁਰ ਪਰਿਵਾਰ ਨੇ ਜੋ ਸਜ਼ਾ ਦੇ ਤੌਰ 'ਤੇ ਤੈਅ ਹੋਇਆ ਸੀ ਉਸਦੀ ਮੰਗ ਕੀਤੀ ਅਤੇ ਉਹ ਰੇਨੂਕਾ ਨੂੰ ਦੇਖਣ ਲਈ ਘਰ ਆ ਗਏ ਸਨ। ਅਤੇ ਫਿਰ ਉਹੀ ਹੋਇਆ ਜੋ ਕਿ ਮਾਲਕਣ ਨੇ ਕਿਹਾ ਸੀ। ਉਹ ਰੇਨੂਕਾ ਨੂੰ ਆਪਣੇ ਨਾਲ ਨਹੀਂ ਲੈ ਕੇ ਗਏ। ਉਹਨਾਂ ਨੂੰ ਬਦਲੇ ਵਿੱਚ ਇੱਕ ਖੂਬਸੂਰਤ ਲੜਕੀ ਚਾਹੀਦੀ ਸੀ, ਕਾਲੀ ਕਲੋਟੀ ਨਹੀਂ, ਅਤੇ ਨਾ ਹੀ ਉਹ ਕੋਈ ਫੁੱਟੀ ਕੌੜੀ ਵੀ ਲੈ ਕੇ ਗਏ ਸੀ। ਮੈਂ ਹੈਰਾਨ ਸੀ, ਪਰ ਇਸ ਗੱਲ ਦਾ ਜਵਾਬ ਮੈਨੂੰ 3 ਦਿਨਾਂ ਬਾਅਦ ਮਿਲਿਆ ਸੀ, ਜਦੋਂ ਰੇਨੂਕਾ ਆਪਣੇ ਕਮਰੇ ਵਿੱਚ ਮਰੀ ਹੋਈ ਪਾਈ ਗਈ ਸੀ। ਖੂਨ ਦਾ ਬਦਲਾ ਖੂਨ ਨਾਲ ਉਹਨਾਂ ਨੇ ਲੈ ਲਿਆ। ਬੇਟੀ ਬਦਸੂਰਤ ਸੀ ਤਾਂ ਕੀ ਹੋਇਆ, ਬੇਟੀ ਤਾਂ ਸੀ। ਉਸ ਦਿਨ ਮਾਲਕਣ ਵੀ ਬਹੁਤ ਰੋਈ ਸੀ, ਕਿਉਂਕਿ ਰੇਨੂਕਾ ਨੂੰ ਉਸੇ ਨੇ ਹੀ ਪਾਲਿਆ ਸੀ ਅਤੇ ਮੈਂ ਵੀ ਬਹੁਤ ਰੋਈ ਸੀ। ਮੈਨੂੰ ਇਹ ਦੁੱਖ ਸੀ ਕਿ ਮੈਂ ਆਪਣੀ ਬੱਚੀ ਨੂੰ ਕਦੇ ਠੀਕ ਨਾਲ ਗਲੇ ਨਾਲ ਵੀ ਨਹੀਂ ਲਗਾ ਸਕੀ। ਫਿਰ ਕੁਝ ਦਿਨ ਲੰਘ ਗਏ ਅਤੇ ਫਿਰ ਇੱਕ ਭੁਚਾਲ ਸਾਡੇ ਸਾਹਮਣੇ ਆ ਗਿਆ। ਅਨਿਆ ਮੈਨੂੰ ਅਤੇ ਤੇਰੇ ਮਾਸੜ ਨੂੰ ਕਹਿਣ ਲੱਗੀ ਕਿ ਮੈਂ ਅਰਨਬ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ। ਇਸ ਲਈ ਅਸੀਂ ਤੁਰੰਤ ਉਸਨੂੰ ਮਨ੍ਹਾ ਕਰ ਦਿੱਤਾ। ਅਸੀਂ ਉਸ ਦਾ ਵਿਆਹ ਉਸਦੇ ਸਕੇ ਭਰਾ ਨਾਲ ਕਿਵੇਂ ਕਰਵਾ ਸਕਦੇ ਸੀ। ਇਹ ਤਾਂ ਬਹੁਤ ਵੱਡਾ ਪਾਪ ਸੀ ਜੋ ਕਿ ਅਨਿਆ ਸਾਨੂੰ ਕਰਨ ਨੂੰ ਕਹਿ ਰਹੀ ਸੀ। ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਅਜੇ ਅਸੀਂ ਇਹੀ ਸੋਚ ਰਹੇ ਸੀ ਕਿ ਇਸ ਸਮੱਸਿਆ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕੇ ਕਿ ਅਗਲੇ ਹੀ ਦਿਨ ਅਨਿਆ ਭੱਜ ਗਈ। ਸਾਡੇ ਸਾਰੇ ਕੀਤੇ ਕਿਰਾਏ 'ਤੇ ਪਾਣੀ ਫਿਰ ਗਿਆ ਸੀ। ਜਿਸ ਬੱਚੀ ਦੀ ਜਾਨ ਬਚਾਉਣ ਦੇ ਲਈ ਅਸੀਂ ਆਪਣੀ ਬੱਚੀ ਤੱਕ ਖੋ ਦਿੱਤੀ ਸੀ, ਅੱਜ ਉਹੀ ਸਾਡਾ ਮੂੰਹ ਕਾਲਾ ਕਰਕੇ ਭੱਜ ਗਈ ਸੀ। ਅਤੇ ਜਦ ਅੱਜ ਉਹ ਆਪਣੇ ਪਤੀ ਦੇਵ ਨਾਲ ਆਈ ਹੈ ਤਾਂ ਮੈਂ ਇਹ ਕਿਵੇਂ ਦੇਖ ਸਕਦੀ ਹਾਂ ਕਿ ਉਹ ਆਪਣੇ ਸਗੇ ਭਾਈ ਦੀ ਹੀ ਪਤਨੀ ਬਣ ਗਈ ਹੈ। ਮਾਸੀ ਮੈਨੂੰ ਸਭ ਕੁਝ ਦੱਸ ਚੁੱਕੀ ਸੀ। ਇੰਨਾ ਕਹਿ ਕੇ ਮਾਸੀ ਫੁੱਟ-ਫੁੱਟ ਕੇ ਰੋਣ ਲੱਗੀ। ਮੈਂ ਸੋਚ ਕੇ ਹੈਰਾਨ ਸੀ ਕਿ ਸਾਨੂੰ ਇਹਨਾਂ ਸਭ ਕੁਝ ਕਿਵੇਂ ਪਤਾ ਚੱਲਿਆ। ਮਾਸੀ ਦੇ ਦੁੱਖ ਅਤੇ ਤਕਲੀਫਾਂ ਨੂੰ ਸੋਚ ਕੇ ਮੇਰੀਆਂ ਵੀ ਅੱਖਾਂ ਵਿੱਚ ਹੰਝੂ ਆ ਗਏ। ਅਗਲੇ ਦਿਨ ਸਵੇਰੇ-ਸਵੇਰੇ ਮਾਸੀ ਅਤੇ ਮਾਸੜ ਜੀ ਹਵੇਲੀ ਜਾਣ ਲਈ ਤਿਆਰ ਹੋ ਗਏ ਸਨ। ਉਹਨਾਂ ਨੇ ਸੋਚ ਲਿਆ ਸੀ ਕਿ ਉਹ ਹੁਣ ਅਨਿਆ ਨੂੰ ਸਭ ਕੁਝ ਸੱਚ ਦੱਸ ਦੇਣਗੇ, ਉਸ ਤੋਂ ਕੁਝ ਵੀ ਨਹੀਂ ਛੁਪਾਉਣਗੇ। ਅੱਜ
ਮੈਂ ਵੀ ਉਹਨਾਂ ਦੇ ਨਾਲ ਹੀ ਗਈ ਸੀ। ਜਦ ਅਸੀਂ ਹਵੇਲੀ ਪਹੁੰਚੇ ਤਾਂ ਮਾਲਕਣ ਸਾਹਮਣੇ ਹੀ ਮਾਲਕ ਨੂੰ ਚਾਹ ਦੇ ਰਹੀ ਸੀ। ਅੱਜ ਮਾਸੀ ਦਾ ਸਿਰ ਝੁਕਿਆ ਹੋਇਆ ਨਹੀਂ ਸੀ। ਉਹ ਉਹਨਾਂ ਦੋਨਾਂ ਦੇ ਸਾਹਮਣੇ ਕੁਰਸੀ 'ਤੇ ਬੈਠ ਗਈ। ਮਾਸੀ ਮਾਲਕ ਨੂੰ ਕਹਿਣ ਲੱਗੀ ਕਿ ਤੁਸੀਂ ਆਪਣੀ ਬੇਟੀ ਨੂੰ ਤਾਂ ਬਚਾ ਲਿਆ, ਪਰ ਇੱਕ ਬਹੁਤ ਵੱਡਾ ਪਾਪ ਕਰ ਦਿੱਤਾ ਹੈ। ਇਸ ਨਾਲ ਹੈਰਾਨ ਹੋ ਕੇ ਮਾਲਕਣ ਮਾਸੀ ਵੱਲ ਦੇਖਣ ਲੱਗੀ ਤੇ ਪੁੱਛਣ ਲੱਗੀ, ਕੀ ਹੋਇਆ ਰੇਖਾ, ਤੂੰ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ? ਫਿਰ ਮੇਰੀ ਮਾਸੀ ਨੇ ਦੱਸਿਆ ਕਿ ਅਨਿਆ ਨੇ ਭੱਜ ਕੇ ਅਰਨਬ ਨਾਲ ਵਿਆਹ ਕਰਵਾ ਲਿਆ ਹੈ। ਆਖਿਰ ਸਕੇ ਭੈਣ ਭਰਾਈ ਕਿਸ ਤਰ੍ਹਾਂ ਵਿਆਹ ਕਰਵਾ ਸਕਦੇ ਹਨ? ਇਹ ਕਹਿੰਦੇ ਹੋਏ ਮਾਸੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਮਾਲਕਣ ਨੇ ਇਹ ਗੱਲ ਸੁਣ ਕੇ ਅਨਿਆ ਤੇ ਅਰਨਬ ਨੂੰ ਅੰਦਰੋਂ ਆਵਾਜ਼ ਮਾਰ ਕੇ ਬੁਲਾਇਆ ਤੇ ਇੱਕ ਹੋਰ ਰਾਜ ਤੋਂ ਪਰਦਾ ਉਠਾਇਆ। ਅਰਨਬ ਸਾਡਾ ਸਗਾ ਬੇਟਾ ਨਹੀਂ ਹੈ, ਇਹ ਤਾਂ ਮੇਰੇ ਪਤੀ ਦੇ ਦੋਸਤ ਦਾ ਬੇਟਾ ਹੈ, ਕਿਉਂਕਿ ਇਸਦੇ ਮਾਂ ਬਾਪ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ, ਇਸ ਲਈ ਇਸ ਨੂੰ ਅਸੀਂ ਪਾਲਿਆ ਸੀ। ਇਹ ਸਾਡਾ ਬੇਟਾ ਨਹੀਂ ਹੈ ਤੇ ਅਸੀਂ ਇਹਨਾਂ ਦੇ ਵਿਆਹ ਬਾਰੇ ਵੀ ਜਾਣਦੇ ਹਾਂ। ਮਾਲਕਣ ਦੀ ਗੱਲ ਸੁਣ ਕੇ ਮੇਰੀ ਮਾਸੀ ਦੇ ਤਾਂ ਹੋਸ਼ ਹੀ ਉੱਡ ਗਏ ਸਨ, ਕਿਉਂਕਿ ਮੇਰੀ ਮਾਸੀ ਨੂੰ ਇਹ ਸੱਚਾਈ ਦੱਸੀ ਹੀ ਨਹੀਂ ਗਈ ਸੀ। ਮਾਲਕਣ ਨੇ ਅੱਜ ਫਿਰ ਤੋਂ ਮੇਰੀ ਮਾਸੀ ਦੇ ਪੈਰਾਂ ਨੂੰ ਛੂਹਿਆ ਸੀ, ਪਰ ਅੱਜ ਮੇਰੀ ਮਾਸੀ ਉੱਥੋਂ ਉੱਠ ਕੇ ਆ ਗਈ ਸੀ ਤੇ ਰਸਤੇ ਵਿੱਚ ਇਹੀ ਸੋਚਦੀ ਰਹੀ ਸੀ ਕਿ ਸਾਰੇ ਦੁੱਖ ਬਲੀਦਾਨ ਗਰੀਬਾਂ ਦੇ ਲਈ ਹੀ ਲਿਖੇ ਹੋਏ ਹੁੰਦੇ ਹਨ। ਮਾਸੀ ਨੇ ਸਾਰੀ ਉਮਰ ਬਦਨਾਮੀ ਵੀ ਖੱਟੀ ਸੀ। ਲੋਕਾਂ ਦੇ ਮਿਹਣੇ ਵੀ ਸੁਣੇ ਸਨ ਕਿ ਇਹ ਬੱਚੀ ਕਿੱਥੋਂ ਚੁੱਕ ਲਿਆਈ ਹੈ, ਤੇ ਆਪਣੀ ਬੇਟੀ ਵੀ ਖੋ ਦਿੱਤੀ ਸੀ। ਕੀ ਗਰੀਬਾਂ ਦਾ ਖੁਸ਼ੀਆਂ 'ਤੇ ਕੋਈ ਅਧਿਕਾਰ ਨਹੀਂ ਹੁੰਦਾ? ਜੇਕਰ ਦੋਸਤੋ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ, ਲਾਈਕ। ਥੈਂਕ ਯੂ।